तब तुरकन पायो थो जोरा। तब तुरकन पायो थो जोरा। खालसे ने अपनी ताकत ਨੂੰ ਇਕੱਠਿਆਂ ਕਰਕੇ, ਸ਼ਕਤੀ ਨੂੰ ਸੰਗਠਨ ਕਰਕੇ, ਗਿਣਤੀ ਵਿੱਚ ਵਾਧਾ ਕਰਕੇ ਜਿਹੜੇ ਪਿੰਡਾਂ ਦੇ ਵਿੱਚ ਸਰਕਾਰ ਦੇ ਸੂਹੀਏ ਜਾਂ ਚੌਧਰੀ ਸਨ, ਜਿਨ੍ਹਾਂ ਨੇ ਬੇਅੰਤ ਚੁਗਲੀਆਂ ਲਾ ਕੇ ਸਿੱਖਾਂ ਨੂੰ ਫੜਾਇਆ ਜਾਂ ਖੁਦ ਮਾਰਿਆ ਅਤੇ ਭਾਰੀ ਗਿਣਤੀ ਦੇ ਵਿੱਚ ਜ਼ਕਰੀਆ ਖਾਨ ਦੇ ਕੋਲੋਂ ਇਨਾਮ ਪ੍ਰਾਪਤ ਕੀਤਾ। ਖਾਲਸੇ ਨੇ ਗੁਰਮਤਾ ਪਕਾ ਕੇ ਇਹਨਾਂ ਸੂਹੀਆਂ ਨੂੰ, ਚੌਧਰੀਆਂ ਨੂੰ ਸੋਧਾ ਲਾਉਣ ਦਾ ਫੈਸਲਾ ਕੀਤਾ ਤੇ ਬੇਅੰਤ ਪਿੰਡਾਂ ਦੇ ਚੌਧਰੀਆਂ ਨੂੰ ਖਾਲਸੇ ਨੇ ਮਾਰ ਮੁਕਾਇਆ, ਜਿਹਦੇ ਵਿੱਚੋਂ ਇੱਕ ਕਰਮਾ ਛੀਨੇ ਪਿੰਡ ਦਾ ਰਹਿਣ ਵਾਲਾ, ਜਿਨੇ ਬੇਅੰਤ ਸਿੱਖਾਂ ਨੂੰ ਮਾਰਿਆ ਸੀ ਅਤੇ ਬੇਅੰਤ ਸਿੱਖਾਂ ਨੂੰ ਫੜਾਇਆ ਸੀ, ਭਾਈ ਸੁੱਖਾ ਸਿੰਘ ਜੀ ਨੇ ਮੈਦਾਨੇ ਜੰਗ ਦੇ ਵਿੱਚ ਜੂਝਦਿਆਂ ਹੋਇਆ ਕਰਮੇ ਨੂੰ ਮਾਰ ਦਿੱਤਾ, ਉਹਨੂੰ ਖਤਮ ਕਰ ਦਿੱਤਾ। ਜ਼ਕਰੀਆ ਖਾਨ ਨੂੰ ਜਦੋਂ ਪਤਾ ਲੱਗਾ ਕਿ ਸਿੱਖ ਹੁਣ ਮੇਰੇ ਪਿੰਡਾਂ ਦੇ ਸੂਹੀਆਂ ਚੌਧਰੀਆਂ ਨੂੰ ਮਾਰ ਰਹੇ ਹਨ, ਤਾਂ ਜ਼ਕਰੀਆ ਖਾਨ ਨੇ ਹੋਰ ਵੀ ਜ਼ਿਆਦਾ ਸਖਤੀ ਕਰ ਦਿੱਤੀ, ਬਹੁਤ ਜ਼ਿਆਦਾ ਜ਼ੋਰ ਸਿੱਖਾਂ ਦੇ ਉੱਤੇ ਪਾ ਦਿੱਤਾ ਤਾਂ ਜੋ ਕਿਸੇ ਨਾ ਕਿਸੇ ਤਰੀਕੇ ਇਹਨਾਂ ਸਿੱਖਾਂ ਨੂੰ ਖਤਮ ਕੀਤਾ ਜਾ ਸਕੇ, ਇਹਨਾਂ ਨੂੰ ਮਾਰਿਆ ਮੁਕਾਇਆ ਜਾ ਸਕੇ, ਤਾਂ ਜੋ ਪੰਜਾਬ ਦੇ ਵਿੱਚ ਮੁਗਲਾਂ ਦਾ ਹੀ ਰਾਜ ਰਵੇ। ਤਬ ਤੁਰਕਨ ਪਾਇਓ ਥੋ ਜੋਰਾ। ਭਾਈ ਰਤਨ ਸਿੰਘ ਜੀ ਕਹਿੰਦੇ ਜ਼ਕਰੀਆ ਖਾਨ ਨੇ, ਤੁਰਕ ਫੌਜ ਨੇ ਬਹੁਤ ਜ਼ੋਰ ਲਾ ਦਿੱਤਾ ਸਿੱਖਾਂ ਨੂੰ ਮੁਕਾਉਣ ਵਾਸਤੇ, ਜਿਹਦੇ ਕਰਕੇ ਸਿੱਖਾਂ ਨੂੰ ਫਿਰ ਘਰ ਘਾਟ ਛੱਡਣੇ ਪਏ, ਜੰਗਲਾਂ ਬੇਲਿਆਂ ਪਹਾੜਾਂ ਰੇਗਿਸਤਾਨ ਦਾ ਸਹਾਰਾ ਲੈਣਾ ਪਿਆ। ਇਹਨਾਂ ਇਲਾਕਿਆਂ ਦੇ ਵਿੱਚ ਜਾ ਕੇ ਜੀਵਨ ਬਤੀਤ ਕਰਨ ਲੱਗੇ ਅਤੇ ਕੋਈ ਇੱਕਾ ਦੁੱਕਾ ਸਿੱਖ ਪੰਜਾਬ ਦੀ ਧਰਤੀ ਤੇ ਮਾਝੇ ਇਲਾਕੇ ਦੇ ਵਿੱਚ ਲੁਕ ਛਿਪ ਕੇ ਆਪਣਾ ਜੀਵਨ ਬਤੀਤ ਕਰਨ ਲੱਗਾ। ਦੇਤ ਨਨਾਵਨ ਅੰਮ੍ਰਿਤਸਰ ਮੋਰਾ। ਦੇਤ ਨਨਾਵਨ ਅੰਮ੍ਰਿਤਸਰ ਮੋਰਾ। ਇੱਥੋਂ ਤੱਕ ਇੰਨੀ ਸਖਤਾਈ ਕਰ ਦਿੱਤੀ ਕਿਉਂਕਿ ਜਿਸ ਵਕਤ ਜ਼ਕਰੀਆ ਖਾਨ ਨੇ ਦਰਬਾਰ ਦੇ ਵਿੱਚ ਗਾਜੀ ਮੁੱਲਾ ਸਾਰੇ ਸੱਦੇ ਸਨ, ਤਾਂ ਉਹਨੇ ਆਪਣੇ ਦਰਬਾਰ ਦੇ ਵਿੱਚ ਪੁੱਛਿਆ ਸੀ ਕਿ ਕੀ ਕਾਰਨ ਹੈ ਜਿਹੜੇ ਸਿੱਖ ਖਤਮ ਨਹੀਂ ਹੋ ਰਹੇ, ਉਹਨਾਂ ਨੂੰ ਮਾਰੀ ਦਾ ਵੀ ਰੋਜ਼ ਹੈ, ਸਜ਼ਾਵਾਂ ਵੀ ਰੋਜ਼ ਦੇਈਦੀਆਂ ਹੈ, ਰੋਜ਼ ਬੇਅੰਤ ਗਿਣਤੀ ਵਿੱਚ ਇਹਨਾਂ ਨੂੰ ਖਤਮ ਵੀ ਕਰੀਦਾ ਹੈ, ਪਰ ਰੋਜ਼ ਇਹ ਵੱਧਦੇ ਜਾਂਦੇ ਹਨ, ਉਹਦਾ ਕਾਰਨ ਕੀ ਹੈ? ਤੇ ਜਿਹੜੇ ਕਾਜੀ ਸਨ ਉਹਨਾਂ ਨੇ ਦੱਸਿਆ ਕਿ ਅਸਲ ਕਾਰਨ ਇਹ ਹੈ ਕਿ ਇਹਨਾਂ ਦੇ ਗੁਰੂ ਨੇ ਇਹਨਾਂ ਨੂੰ ਇੱਕ ਬਾਣੀ ਤੇ ਦੂਸਰਾ ਅੰਮ੍ਰਿਤ ਸਰੋਵਰ ਅੰਮ੍ਰਿਤਸਰ ਦੀ ਧਰਤੀ ਤੇ ਦਿੱਤਾ ਹੋਇਆ ਹੈ, ਜਿਹਦੇ ਵਿੱਚ ਇਸ਼ਨਾਨ ਕਰਕੇ ਇਹ ਮਰੇ ਹੋਏ ਫਿਰ ਜਿੰਦਾ ਹੋ ਜਾਂਦੇ ਹਨ ਅਤੇ ਬਾਣੀ ਨੂੰ ਪੜ੍ਹ ਕੇ ਆਪਣੀ ਆਤਮਾ ਅਨੁਸਾਰ ਇਹ ਜਿੰਦੇ ਰਹਿੰਦੇ ਹਨ, ਜਿਹਦੇ ਕਰਕੇ ਆਪਾਂ ਇਹਨਾਂ ਨੂੰ ਖਤਮ ਕਰਦੇ ਕਰਦੇ ਖੁਦ ਖਤਮ ਹੋ ਚੱਲੇ ਹਾਂ, ਪਰ ਇਹਨਾਂ ਦਾ ਖੁਰਾ ਖੋਸ਼ ਜਿਹੜਾ ਮਿਟਦਾ ਨਹੀਂ। ਇਸ ਕਰਕੇ ਕਿ ਇਹਨਾਂ ਨੂੰ ਜੇ ਮਾਰਨਾ ਹੈ ਬਾਣੀ ਦੇ ਨਾਲੋਂ ਅਤੇ ਇਹਨਾਂ ਦੇ ਅੰਮ੍ਰਿਤ ਸਰੋਵਰ ਦੇ ਨਾਲੋਂ ਤੋੜਿਆ ਜਾਵੇ, ਕਿਉਂਕਿ ਸਰੀਰ ਕਰਕੇ ਇਹ ਅੰਮ੍ਰਿਤ ਸਰੋਵਰ ਦੇ ਵਿੱਚੋਂ ਤਾਕਤਵਰ ਹੁੰਦੇ ਹਨ ਤੇ ਆਤਮਾ ਕਰਕੇ ਇਹ ਬਾਣੀ ਪੜ੍ਹ ਕੇ ਇਹਨਾਂ ਦੇ ਗੁਰੂ ਦੀ ਕਲਾਮ ਨੂੰ ਪੜ੍ਹ ਕੇ ਇਹ ਤਾਕਤਵਰ ਹੁੰਦੇ ਹਨ। ਜੇ ਸਰੀਰਕ ਪਾਸੋਂ ਇਹਨਾਂ ਨੂੰ ਮਾਰਨਾ ਹੈ ਤਾਂ ਇਹਨਾਂ ਦੇ ਅੰਮ੍ਰਿਤ ਸਰੋਵਰ ਨੂੰ ਪੂਰਿਆ ਜਾਵੇ, ਉਹਨੂੰ ਖਤਮ ਕੀਤਾ ਜਾਵੇ, ਉਸ ਸਰੋਵਰ ਦਾ ਨਾਮੋ ਨਿਸ਼ਾਨ ਮਿਟਾ ਦਿੱਤਾ ਜਾਵੇ। ਤੇ ਜੇ ਆਤਮਾ ਪੱਖ ਤੋਂ ਇਹਨਾਂ ਨੂੰ ਮਾਰਨਾ ਹੈ ਤਾਂ ਫਿਰ ਇਹਨਾਂ ਨੂੰ ਬਾਣੀ ਦੇ ਨਾਲੋਂ ਤੋੜ ਦਿੱਤਾ ਜਾਵੇ। ਜਦੋਂ ਇਹ ਬਾਣੀ ਦੇ ਨਾਲੋਂ ਟੁੱਟ ਗਏ, ਸਰੋਵਰ ਦੇ ਨਾਲੋਂ ਟੁੱਟ ਗਏ, ਇਹਨਾਂ ਨੇ ਆਪਣੇ ਆਪ ਹੀ ਖਤਮ ਹੋ ਜਾਣਾ ਹੈ। ਇਸ ਚਾਲ ਨੂੰ ਜ਼ਕਰੀਆ ਖਾਨ ਸਮਝ ਗਿਆ ਤੇ ਉਹਨੇ ਇਸੇ ਚਾਲ ਦੇ ਤਹਿਤ ਸਿੱਖਾਂ ਨੂੰ ਮੁਕਾਉਣ ਦਾ ਯਤਨ ਕੀਤਾ। ਉਸ ਵਕਤ ਸਰਕਾਰ ਮੁਗਲਾਂ ਦੀ ਸੀ ਤੇ ਸਿੱਖਾਂ ਨੂੰ ਖਤਮ ਨਹੀਂ ਕਰ ਪਾਏ, ਭਾਵੇਂ ਸਖਤ ਪਹਿਰਾ ਰਹਿੰਦਾ ਸੀ ਸਿੱਖਾਂ ਦੇ ਸਿਰ ਦੇ ਉੱਤੇ। ਪਰ ਜੇ ਅੱਜ ਵਰਤਮਾਨ ਦੇ ਵਿੱਚ ਵੇਖਿਆ ਜਾਵੇ, ਸਿੱਖ ਆਜ਼ਾਦੀ ਦੇ ਨਾਲ ਰਹਿ ਰਿਹਾ ਹੈ, ਘਰਾਂ ਦੇ ਵਿੱਚ ਆਉਣ ਜਾਣ ਦੀ ਕੋਈ ਫਿਕਰ ਨਹੀਂ, ਸੁੱਖ ਸਹੂਲਤਾਂ ਵਾਧੂ ਹਨ, ਪਰ ਸਰੀਰ ਕਰਕੇ ਵੀ ਸਿੱਖ ਖਤਮ ਹੋ ਰਿਹਾ ਹੈ
ਅਤੇ ਆਤਮਾ ਕਰਕੇ ਵੀ ਸਿੱਖ ਖਤਮ ਹੋ ਰਿਹਾ ਹੈ। ਸਰੀਰ ਕਰਕੇ ਆਪਣੇ ਅੰਮ੍ਰਿਤ ਸਰੋਵਰ ਤੋਂ ਟੁੱਟ ਗਿਆ, ਕਿਉਂਕਿ ਅੰਮ੍ਰਿਤ ਸਰੋਵਰ ਵਿੱਚ ਇਸ਼ਨਾਨ ਕਰਨ ਦੇ ਨਾਲ ਸਰੀਰ ਦੇ ਰੋਗ ਦੂਰ ਹੁੰਦੇ ਹਨ। ਤੇ ਜਿਹੜਾ ਮਨੁੱਖ ਰੋਗੀ ਹੋ ਗਿਆ ਉਹ ਅੰਮ੍ਰਿਤ ਸਰੋਵਰ ਵਿੱਚ ਨਹੀਂ ਜਾ ਪਾ ਰਿਹਾ ਜਾਂ ਜਾਂਦਾ ਨਹੀਂ, ਜਿਹਦੇ ਕਰਕੇ ਸਰੀਰ ਕਰਕੇ ਖਤਮ ਹੋ ਰਿਹਾ ਹੈ ਤੇ ਆਤਮਾ ਕਰਕੇ ਬਾਣੀ ਦੇ ਵੱਲੋਂ ਟੁੱਟਾ ਹੋਇਆ ਹੈ ਤੇ ਜਿਹਦੇ ਕਰਕੇ ਸਿੱਖ ਰੋਜ਼ ਹੀ ਖਤਮ ਹੋ ਰਿਹਾ ਹੈ। ਤੇ ਜਿਹੜੀ ਮੌਕੇ ਦੀ ਸਰਕਾਰ ਹੈ, ਵਰਤਮਾਨ ਦੀ ਸਰਕਾਰ ਹੈ, ਉਹ ਇਸ ਚਾਲ ਨੂੰ ਸਮਝ ਗਈ ਤੇ ਇਸ ਚਾਲ ਦੇ ਵਿੱਚ ਉਹਨਾਂ ਨੇ ਪੂਰਾ ਜਾਲ ਖਿਲਾਰ ਦਿੱਤਾ। ਤੇ ਜਿਹੜਾ ਸਿੱਖ ਇਸ ਚਾਲ ਨੂੰ ਸਮਝ ਨਹੀਂ ਪਾਇਆ ਅਤੇ ਉਸ ਚਾਲ ਦੇ ਵਿੱਚ ਉਹਨਾਂ ਦੇ ਕਲਾਵੇ ਦੇ ਵਿੱਚ ਆ ਗਿਆ ਤੇ ਸਿੱਖ ਸਰੋਵਰ ਦੇ ਨਾਲੋਂ ਵੀ ਅੱਜ ਟੁੱਟ ਗਿਆ ਹੈ ਤੇ ਬਾਣੀ ਦੇ ਨਾਲੋਂ ਵੀ ਟੁੱਟ ਗਿਆ ਹੈ। ਸਰੋਵਰ ਕਰਕੇ ਵੀ ਸਿੱਖ ਦੂਰ ਹੋ ਗਿਆ ਤੇ ਬਾਣੀ ਕਰਕੇ ਵੀ ਦੂਰ ਹੋ ਗਿਆ ਹੈ। ਹੁਣ ਸਿਰਫ ਨਾਮ ਦੇ ਅਸੀਂ ਸਿੱਖ ਹਾਂ ਕਿ ਅਸੀਂ ਗੁਰੂ ਦੇ ਸਿੱਖ ਹਾਂ, ਪਰ ਅੰਦਰੋਂ ਸਾਡੇ ਅੰਦਰ ਸਿੱਖੀ ਨਹੀਂ, ਕਿਉਂਕਿ ਸਤਿਗੁਰੂ ਜੀ ਬਾਹਰੀ ਸਿੱਖੀ ਨੂੰ ਤਰਜੀਹ ਨਹੀਂ ਦਿੰਦੇ, ਸਤਿਗੁਰੂ ਜੀ ਅੰਦਰ ਦੀ ਸਿੱਖੀ ਨੂੰ ਤਰਜੀਹ ਦਿੰਦੇ ਹਨ। ਇਸੇ ਕਰਕੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਇੱਕ ਬਚਨ ਵੀ ਕਿਹਾ ਸੀ, ਰਹਿਤ ਪਿਆਰੀ ਮੁਝਕੋ ਸਿੱਖ ਪਿਆਰਾ ਨਾਏ, ਮੈਨੂੰ ਸਿੱਖ ਨਹੀਂ ਪਿਆਰਾ, ਮੈਨੂੰ ਰਹਿਤ ਪਿਆਰੀ ਹੈ। ਤੇ ਜਿਹਦੀ ਅੰਦਰੋਂ ਰਹਿਤ ਹੈ ਤੇ ਗੁਰੂ ਸਾਹਿਬ ਜੀ ਕਹਿੰਦੇ ਉਹਦੇ ਵਾਸਤੇ ਮੈਂ ਆਪਣੇ ਆਪ ਨੂੰ ਕੁਰਬਾਨ ਕਰਨ ਵਾਸਤੇ ਵੀ ਤਿਆਰ ਹਾਂ। ਉਸ ਸਿੱਖ ਤੋਂ ਮੈਂ ਬਲਹਾਰ ਜਾਣਾ ਹਾਂ ਜਿਨੇ ਆਪਣੀ ਅੰਦਰ ਦੀ ਰਹਿਤ ਰੱਖੀ ਹੋਈ ਹੈ। ਪਰ ਖਾਸ ਅੱਜ ਮੌਕੇ ਅੱਜ ਵਰਤਮਾਨ ਦੇ ਵਿੱਚ ਸਿੱਖ ਦੀ ਅੰਦਰ ਦੀ ਰਹਿਤ ਜਿਹੜੀ ਖਤਮ ਹੋ ਗਈ ਹੈ, ਅੰਦਰੋਂ ਸਿੱਖੀ ਜਿਹੜੀ ਖਤਮ ਹੋ ਗਈ ਹੈ, ਅੰਦਰ ਜਿਹੜੇ ਵਿਕਾਰਾਂ ਨੇ, ਵਹਿਮਾਂ ਭਰਮਾਂ ਨੇ, ਅਗਿਆਨਤਾ ਨੇ ਉਸੇ ਤਰੀਕੇ ਦੇ ਨਾਲ ਮਨੁੱਖ ਨੂੰ ਸਿੱਖ ਨੂੰ ਆਪਣੇ ਕਲਾਵੇ ਦੇ ਵਿੱਚ ਲੈ ਲਿਆ ਹੈ, ਜਿਸ ਕਰਕੇ ਮਨੁੱਖ ਰੋਜ਼ ਆਤਮਿਕ ਪੱਖ ਤੋਂ ਮਰਿਆ ਹੋਇਆ ਹੈ। ਕਿਉਂਕਿ ਸਤਿਗੁਰੂ ਜੀ ਦੀ ਬਾਣੀ ਦੇ ਅਨੁਸਾਰ ਤਿੰਨ ਤਰੀਕਿਆਂ ਦੀ ਮੌਤ ਹੈ, ਇੱਕ ਸਰੀਰ ਕਰਕੇ ਮੌਤ, ਇੱਕ ਆਤਮਾ ਕਰਕੇ ਮੌਤ ਤੇ ਇੱਕ ਸ਼ਬਦ ਦੇ ਵਿੱਚ ਮਰ ਜਾਣਾ ਮੌਤ। ਸਰੀਰ ਕਰਕੇ ਸਾਰਿਆਂ ਨੇ ਇੱਕ ਨਾ ਇੱਕ ਦਿਨ ਜਾਣਾ ਹੀ ਜਾਣਾ ਹੈ ਤੇ ਜਿਹੜੀ ਆਤਮਿਕ ਮੌਤ ਹੈ ਮਨੁੱਖ ਦੀ ਜ਼ਮੀਰ ਦਾ ਮਰ ਜਾਣਾ, ਇਹ ਮਨੁੱਖ ਜਿਹੜਾ ਮਰਿਆ ਹੋਇਆ ਹੈ। ਇਸੇ ਕਰਕੇ ਸਤਿਗੁਰੂ ਜੀ ਨੇ ਇੱਕ ਬਚਨ ਵੀ ਕਿਹਾ, ਨਰੁ ਮਰੈ ਨਰ ਕਾਮ ਨ ਆਵੈ, ਪਸ਼ੂ ਮਰੈ 10 ਕਾਜ ਸਵਾਰੈ। ਇਹਦੇ ਬਾਹਰੀ ਤੌਰ ਤੇ ਅਰਥ ਇਹੋ ਹੀ ਹਨ ਕਿ ਜੇ ਮਨੁੱਖ ਮਰ ਜਾਵੇ ਤੇ ਉਹਦੇ ਸਰੀਰ ਦਾ ਕੋਈ ਅੰਗ ਜਿਹੜਾ ਵਾ ਕਿਸੇ ਵੀ ਅਰਥ ਨਹੀਂ ਆਉਂਦਾ, ਕਿਸੇ ਦੇ ਕੰਮ ਨਹੀਂ ਆਉਂਦਾ। ਪਰ ਜੇ ਪਸ਼ੂ ਮਰ ਜਾਵੇ ਉਹ 10 ਕਾਜ ਸਵਾਰਦਾ, ਕਿਉਂਕਿ ਜਿਹੜੇ ਸਾਡੇ ਘਰਾਂ ਦੇ ਵਿੱਚ ਪਦਾਰਥ ਬਣਦੇ ਹਨ, ਘਿਓ ਜਿਹੜਾ ਵਰਤਦੇ ਹਾਂ ਜਾਂ ਅਸੀਂ ਕੋਲਗੇਟ ਵਰਤਦੇ ਹਾਂ, ਜਿਹੜੇ ਵੀ ਪਦਾਰਥ ਵਰਤਦੇ ਹਾਂ ਉਹਨਾਂ ਪਦਾਰਥਾਂ ਦੇ ਵਿੱਚ ਇਹਨਾਂ ਪਸ਼ੂਆਂ ਦੀ ਮਿੱਝ ਚਰਬੀ ਪੈਂਦੀ ਹੈ। ਤੇ ਸਤਿਗੁਰੂ ਜੀ ਕਹਿੰਦੇ ਹਨ, ਪਸ਼ੂ ਮਰੇ 10 ਕਾਜ ਸਵਾਰੈ। ਜੇ ਦੁਨਿਆਵੀ ਤੌਰ ਤੇ ਅਰਥ ਕਰਾਂਗੇ, ਪਸ਼ੂ ਮਰ ਜਾਵੇ 10 ਕਾਜ ਸਵਾਰਦਾ ਹੈ, ਪਰ ਜੇ ਨਰੂ ਮਰ ਜਾਵੇ, ਮਨੁੱਖ ਮਰ ਜਾਵੇ, ਉਹ ਕੋਈ ਕਾਜ ਨਹੀਂ ਸਵਾਰਦਾ। ਪਰ ਇਹਦੇ ਅੰਦਰ ਦੇ ਅਰਥ ਇਹ ਹਨ, ਨਰੂ ਮਰੈ ਨਰ ਕਾਮ ਨ ਆਵੈ। ਜਦੋਂ ਮਨੁੱਖ ਅੰਦਰ ਦੇ ਪੱਖ ਤੋਂ, ਆਤਮਾ ਦੇ ਪੱਖ ਤੋਂ, ਇਨਸਾਨੀਅਤ ਦੇ ਪੱਖ ਤੋਂ ਅੰਦਰੋਂ ਮਰ ਜਾਵੇ ਤਾਂ ਮਨੁੱਖ ਕਿਸੇ ਦੇ ਕੰਮ ਨਹੀਂ ਆਵੇਗਾ। ਪਸ਼ੂ ਮਰੈ 10 ਕਾਜ ਸਵਾਰੈ। ਪਰ ਜੇ ਅੰਦਰ ਦੀ ਪਸ਼ੂ ਬਿਰਤੀ ਮਰ ਜਾਵੇ, ਅੰਦਰ ਦੀ ਮਾੜੇ ਵਿਕਾਰਾਂ ਵਾਲੀ ਬਿਰਤੀ ਮਰ ਜਾਵੇ, ਜਿਹੜੀ ਮਨੁੱਖ ਨੂੰ ਮਾੜੇ ਕੰਮ ਕਰਨ ਵਾਸਤੇ ਪ੍ਰੇਰਦੀ ਹੈ, ਸਤਿਗੁਰੂ ਜੀ ਕਹਿੰਦੇ ਫਿਰ ਉਹ ਮਨੁੱਖ 10 ਕਾਜ ਸਵਾਰ ਦਿੰਦਾ ਹੈ। ਤੇ ਅੱਜ ਜਿਹੜਾ ਮਨੁੱਖ ਹੈ ਉਹ ਨਰੂ ਮਰੀ ਬਿਰਤੀ ਵਿੱਚ ਜੀ ਰਿਹਾ, ਭਾਵ ਕਿ ਅੰਦਰ ਦੀ ਆਤਮਾ ਜਿਹੜੀ ਇਹਦੀ ਮਰ ਚੁੱਕੀ ਹੈ, ਇਨਸਾਨੀਅਤ ਮਨੁੱਖ ਦੀ ਮਰ ਚੁੱਕੀ ਹੈ। ਤੇ ਇਹੋ ਹੀ ਹਕੂਮਤ ਚਾਹੁੰਦੀ ਹੈ ਖਾਸ ਕਰਕੇ ਸਿੱਖਾਂ ਦੇ ਬਾਰੇ ਕਿ ਸਿੱਖ ਅੰਦਰੋਂ ਕਦੀ ਜਾਗਰੂਕ ਨਾ ਹੋ ਜਾਣ, ਅੰਦਰੋਂ ਕਿਤੇ ਜਾਗ ਨਾ ਪੈਣ, ਇਹ ਅੰਦਰੋਂ ਮਰੇ ਹੀ ਰਹਿਣ ਤੇ ਚੰਗੀ ਗੱਲ ਹੈ। ਕਿਉਂਕਿ ਜੇ ਇਹ ਜਾਗ ਪਏ ਤਾਂ ਇਹਨਾਂ ਨੂੰ ਸਾਰਾ ਗਿਆਨ ਹੋ ਜਾਣਾ ਹੈ, ਇਹਨਾਂ ਨੂੰ ਸਮਝ ਆ ਜਾਣੀ ਹੈ ਕਿ ਕਿਵੇਂ ਅਸੀਂ ਚਾਲਾਂ ਚੱਲਦੇ ਹਾਂ, ਕਿਵੇਂ ਅਸੀਂ ਵਹਿਮ ਭਰਮ ਪਾਉਂਦੇ ਹਾਂ, ਕਿਵੇਂ ਅਸੀਂ ਡੇਰੇ ਬਣਾਉਂਦੇ ਹਾਂ, ਕਿਵੇਂ ਅਸੀਂ ਬਾਬੇ ਖੜੇ ਕਰਦੇ ਹਾਂ, ਕਿਵੇਂ ਅਸੀਂ ਸਿਆਣੇ ਬਣਾਉਂਦੇ ਹਾਂ ਤੇ ਲੋਕ ਉਹਨਾਂ ਦੇ ਕੋਲ ਜਾਂਦੇ। ਇਹ ਸਾਰੀਆਂ ਚਾਲਾਂ ਸਰਕਾਰ ਦੀਆਂ ਹੀ ਹਨ ਤੇ ਮਨੁੱਖ ਇਸ ਚੀਜ਼ ਨੂੰ ਸਮਝਦਾ ਨਹੀਂ। ਕਿਉਂ? ਕਿਉਂਕਿ ਅੰਦਰੋਂ ਆਤਮਾ ਪੱਖ ਤੋਂ ਮਰਿਆ ਹੋਇਆ ਹੈ। ਜਿਹੜਾ ਮਨੁੱਖ ਅੰਦਰੋਂ ਜਿੰਦਾ ਹੋਵੇਗਾ ਉਹ ਕਦੇ ਵੀ ਡੇਰੇਵਾਦ ਤੇ ਭਰੋਸਾ ਨਹੀਂ ਕਰੇਗਾ।
ਕਦੀ ਬਾਬਿਆਂ ਦੇ ਕੋਲ ਨਹੀਂ ਜਾਵੇਗਾ, ਕਦੀ ਮੜੀਆਂ ਮਸਾਣਾਂ ਤੇ ਨਹੀਂ ਜਾਵੇਗਾ। ਉਹ ਕੇਵਲ ਤੇ ਕੇਵਲ ਗੁਰੂ ਪਰਮਾਤਮਾ ਦੇ ਕੋਲ ਆਵੇਗਾ, ਜਿਹਨੂੰ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਦੁਬਿਧਾ ਨਾ ਪੜੋ, ਹਰ ਬਿਨ ਹੋਰ ਨਾ ਪੂਜੋ, ਮੜੈ ਮਸਾਨ ਨਾ ਜਾਈ। ਇਹ ਸਤਿਗੁਰੂ ਦਾ ਉਪਦੇਸ਼ ਹੈ ਤੇ ਜਿਹੜਾ ਅੰਦਰੋਂ ਜਾਗਦਾ ਹੈ ਉਹਨੂੰ ਸਮਝ ਗਏ, ਪਰ ਜਿਹੜਾ ਅੰਦਰੋਂ ਜਾਗਦਾ ਨਹੀਂ ਉਹ ਹਰੇਕ ਕਰਮ ਕਾਂਡ ਕਰ ਰਿਹਾ ਹੈ ਤੇ ਅੱਖਾਂ ਮੀਟ ਕੇ ਕਰ ਰਿਹਾ ਹੈ। ਤੇ ਜੇ ਕਰਮ ਕਾਂਡ ਕਰਦਾ ਹੋਇਆ ਸਮਝ ਰਿਹਾ ਕਿ ਮੈਂ ਗੁਰੂ ਦਾ ਸਿੱਖ ਹਾਂ, ਮੈਂ ਗੁਰੂ ਦਾ ਸਿੱਖ ਹਾਂ, ਬੜਾ ਪੱਕਾ ਸਿੱਖ ਹਾਂ, ਕੱਟੜ ਸਿੱਖ ਹਾਂ, ਮੇਰੇ ਵਰਗਾ ਜਿਹੜੀ ਸਿੱਖੀ ਕੋਈ ਨਿਭਾ ਹੀ ਨਹੀਂ ਸਕਦਾ। ਖਾਸ ਕਿ ਗੁਰੂ ਘਰ ਦੇ ਵਿੱਚ ਅਜਿਹੀ ਸਿੱਖੀ ਨੂੰ ਕੋਈ ਵੀ ਤਰਜੀਹ ਨਹੀਂ ਹੈ ਜਿਹੜੀ ਕਰਮ ਕਾਂਡਾਂ ਦੇ ਉੱਤੇ ਟਿਕੀ ਹੋਈ ਹੈ, ਜਿਹੜੀ ਨਰੋੜ ਬਾਣੀ ਦੇ ਉੱਤੇ ਟਿਕੀ ਹੋਈ ਹੈ, ਪਰਮਾਤਮਾ ਦੇ ਵਿਸ਼ਵਾਸ ਤੇ ਟਿਕੀ ਹੋਈ ਹੈ। ਬਿਨਾਂ ਕਰਮ ਕਾਂਡਾਂ ਤੋਂ ਸਿੱਖੀ ਨੂੰ ਕਮਾਇਆ ਜਾ ਰਿਹਾ ਹੈ, ਅਗਿਆਨਤਾ ਨੂੰ ਕੱਢ ਕੇ ਗਿਆਨ ਦੇ ਰਾਹੀਂ ਸਿੱਖੀ ਨੂੰ ਕਮਾਇਆ ਜਾ ਰਿਹਾ ਹੈ। ਉਸ ਸਿੱਖੀ ਨੂੰ ਗੁਰੂ ਘਰ ਦੇ ਵਿੱਚ ਤਰਜੀਹ ਹੈ, ਉਸ ਸਿੱਖੀ ਨੂੰ ਗੁਰੂ ਘਰ ਦੇ ਵਿੱਚ ਪਹਿਲ ਹੈ, ਪਰ ਮਨੁੱਖ ਜਿਹੜਾ ਇਸ ਬੰਨੇ ਜਾਗਰੂਕ ਨਹੀਂ ਹੋ ਰਿਹਾ। ਖੈਰ, ਕਾਜੀ ਕਹਿਣ ਲੱਗੇ ਨਵਾਬ ਸਾਹਿਬ, ਜੇ ਇਹਨਾਂ ਨੂੰ ਖਤਮ ਕਰਨਾ ਹੈ ਤਾਂ ਇਹਨਾਂ ਨੂੰ ਬਾਣੀ ਦੇ ਨਾਲੋਂ ਤੋੜੋ, ਇਹਨਾਂ ਨੂੰ ਇਹਨਾਂ ਦੇ ਸਰੋਵਰਾਂ ਨਾਲੋਂ ਤੋੜੋ, ਇਹਨਾਂ ਨੂੰ ਕਰਮ ਕਾਂਡਾਂ ਵਹਿਮਾਂ ਭਰਮਾਂ ਦੇ ਵਿੱਚ ਪਾਓ। ਤੇ ਜਦੋਂ ਇਹ ਲੋਕ ਇਹਨਾਂ ਚੀਜ਼ਾਂ ਦੇ ਵਿੱਚ ਫਸ ਗਏ, ਸਾਨੂੰ ਹਥਿਆਰ ਚੁੱਕਣ ਦੀ ਲੋੜ ਨਹੀਂ ਪਵੇਗੀ, ਇਹ ਆਪਣੇ ਆਪ ਹੀ ਮਰ ਜਾਣਗੇ, ਇਹ ਆਪਣੇ ਆਪ ਹੀ ਖਤਮ ਹੋ ਜਾਣਗੇ। ਜਿਸ ਵਕਤ ਇਹ ਬਾਣੀ ਦੇ ਨਾਲ ਟੁੱਟ ਜਾਣਗੇ, ਜਿਸ ਵਕਤ ਇਹ ਸਰੋਵਰਾਂ ਦੇ ਨਾਲ ਟੁੱਟ ਜਾਣਗੇ, ਤੇ ਜ਼ਕਰੀਆ ਖਾਨ ਨੇ ਉਹਦੀ ਗੱਲ ਨੂੰ ਮੰਨਦਿਆਂ ਹੋਇਆ, ਕਾਜੀ ਮੁੱਲਾ ਦੀ ਗੱਲ ਨੂੰ ਮੰਨਦਿਆਂ ਹੋਇਆ, ਦੇਤ ਨਾ ਨਾਵਣ ਅੰਮ੍ਰਿਤਸਰ ਮੋਰਾ, ਜਿਹੜਾ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਅੰਮ੍ਰਿਤ ਸਰੋਵਰ ਹੈ ਮਾਝੇ ਦੀ ਧਰਤੀ ਤੇ ਅੰਮ੍ਰਿਤਸਰ ਦੇ ਵਿੱਚ, ਅੰਮ੍ਰਿਤ ਸਰੋਵਰ ਦੇ ਵਿੱਚ ਇੰਨੀ ਜ਼ਿਆਦਾ ਸਖਤਾਈ ਕਰ ਦਿੱਤੀ। ਖਾਸ ਕਰਕੇ ਅੰਮ੍ਰਿਤਸਰ ਦੇ ਸਾਰੇ ਇਲਾਕੇ ਦੇ ਵਿੱਚ ਬਹੁਤ ਸਖਤ ਪਹਿਰਾ ਸਰਕਾਰ ਦੇ ਵੱਲੋਂ ਲਾ ਦਿੱਤਾ ਗਿਆ ਕਿ ਜਿਹੜੇ ਸਿੱਖ ਮੌਕੇ ਨੂੰ ਸਾਂਭਦਿਆਂ ਹੋਇਆ ਜਾਂ ਰਾਤ ਬਰਾਤੇ ਇਸ਼ਨਾਨ ਕਰ ਜਾਂਦੇ ਹਨ, ਉਹ ਰਾਤ ਵੀ ਇਸ਼ਨਾਨ ਨਾ ਕਰ ਸਕਣ, ਤਾਂ ਜੋ ਇਹਨਾਂ ਦਾ ਨਾਮੋ ਨਿਸ਼ਾਨ ਹੀ ਮਿਟਾਇਆ ਜਾ ਸਕੇ। ਕਿਉਂਕਿ ਜਿੰਨੇ ਔਖੇ ਦਿਨ ਸਿੱਖ ਉਹਨਾਂ ਦਿਨਾਂ ਵਿੱਚ ਵੇਖ ਰਹੇ ਸਨ, ਤੇ ਉਹਨੇ ਔਖੇ ਦਿਨ ਉਸ ਸਮੇਂ ਦੀ ਸਰਕਾਰ ਵੀ ਵੇਖ ਰਹੀ ਸੀ। ਭਾਵੇਂ ਸਿੱਖ ਜੰਗਲਾਂ ਬੇਲੀਆਂ ਦੇ ਵਿੱਚ ਜੀਵਨ ਬਤੀਤ ਕਰ ਰਹੇ ਸਨ, ਠੰਡ ਨੂੰ ਹਟਾਉਂਦੇ ਸਨ, ਗਰਮੀ ਹਟਾਉਂਦੇ ਸਨ, ਬਾਰਿਸ਼ ਹਟਾਉਂਦੇ ਸਨ ਸਿਰ ਪਿੰਡਿਆਂ ਉੱਤੇ, ਤੇ ਜਿਹੜੇ ਸਰਕਾਰ ਸਨ ਜਾਂ ਜਿਹੜੇ ਵੱਡੇ ਵੱਡੇ ਅਹੁਦਿਆਂ ਤੇ ਬੈਠੇ ਹੋਏ ਸਨ, ਉਹਨਾਂ ਨੂੰ ਮਹੱਲਾਂ ਦੇ ਵਿੱਚ ਵੀ ਨੀਂਦ ਨਹੀਂ ਸੀ ਆ ਰਹੀ। ਉਹ ਮਹੱਲਾਂ ਦੇ ਵਿੱਚ ਚਿੰਤਾ ਵਿੱਚ ਗਰਸੇ ਹੋਏ ਸਨ, ਕਿਉਂਕਿ ਡਰ ਰਹਿੰਦਾ ਸੀ ਕਿ ਪਤਾ ਨਹੀਂ ਕਦੋਂ ਸਿੱਖਾਂ ਨੇ ਆ ਜਾਣਾ ਹੈ, ਕਦੋਂ ਸਿੱਖਾਂ ਨੇ ਆ ਕੇ ਹਮਲਾ ਕਰ ਦੇਣਾ ਹੈ, ਕਦੋਂ ਸਾਨੂੰ ਜਿਹੜਾ ਮਾਰ ਦੇਣਾ ਹੈ। ਇਸ ਚਿੰਤਾ ਦੇ ਵਿੱਚ ਉਹ ਗਰਸੇ ਰਹਿੰਦੇ ਸਨ, ਜਿਹਦੇ ਕਰਕੇ ਸੁੱਖ ਦਾ ਸਾਹ ਉਹਨਾਂ ਨੂੰ ਵੀ ਨਹੀਂ ਮਿਲਿਆ। ਤੇ ਜਿਹੜੇ ਸਿੱਖ ਸਨ ਉਹਨਾਂ ਨੂੰ ਖਤਮ ਕਰਨ ਵਾਸਤੇ ਜ਼ਕਰੀਆ ਖਾਨ ਨੇ ਫਿਰ ਇਹ ਉਪਰਾਲਾ ਸੋਚਿਆ ਕਿ ਇਹਨਾਂ ਨੂੰ ਜਿਹੜਾ ਵਾ ਅੰਮ੍ਰਿਤਸਰ ਤੋਂ ਦੂਰ ਕੀਤਾ ਜਾਵੇ, ਗੁਰੂ ਰਾਮਦਾਸ ਘਰ ਤੋਂ ਦੂਰ ਕੀਤਾ ਜਾਵੇ, ਅੰਮ੍ਰਿਤ ਸਰੋਵਰ ਤੋਂ ਦੂਰ ਕਰ ਦਿੱਤਾ ਜਾਵੇ, ਬਾਣੀ ਦੇ ਨਾਲੋਂ ਤੋੜਿਆ ਜਾਵੇ, ਤੇ ਇਹਨਾਂ ਨੂੰ ਆਪਣੇ ਆਪ ਇਹਨਾਂ ਦੀ ਆਤਮਾ ਮਰ ਜਾਵੇਗੀ। ਕਿਉਂਕਿ ਸਰੀਰ ਦੀ ਖੁਰਾਕ ਸਾਡੇ ਪਦਾਰਥ ਹਨ ਤੇ ਆਤਮਾ ਦੀ ਖੁਰਾਕ ਇਹ ਗੁਰੂ ਦਾ ਸ਼ਬਦ ਹੈ, ਗੁਰੂ ਦਾ ਗਿਆਨ ਹੈ। ਇਸੇ ਕਰਕੇ ਆਪਾਂ ਰੋਜ਼ ਇੱਕ ਬਚਨ ਵੀ ਪੜ੍ਹਦੇ ਹਾਂ, ਜੇ ਕੋ ਖਾਵੇ ਜੇ ਕੋ ਭੁੰਚੈ ਤਿਸਕਾ ਹੋਏ ਉਧਾਰੂ। ਮੁਦਾਵਣੀ ਵਿੱਚ ਆਪਾਂ ਜਿਹੜਾ ਸ਼ਲੋਕ ਪੜ੍ਹਦੇ ਹਾਂ ਉਹਦੇ ਵਿੱਚ ਸਤਿਗੁਰੂ ਨੇ ਆਤਮਾ ਦੀ ਖੁਰਾਕ ਦੀ ਗੱਲ ਕੀਤੀ ਹੈ। ਤੇ ਜਦੋਂ ਮਨੁੱਖ ਆਤਮਾ ਦੀ ਖੁਰਾਕ ਦੇ ਨਾਲ ਟੁੱਟ ਜਾਵੇ, ਮਨੁੱਖ ਦੀ ਜ਼ਮੀਰ, ਮਨੁੱਖ ਦੀ ਆਤਮਾ ਮਰ ਜਾਂਦੀ ਹੈ। ਤੇ ਸਿੱਖਾਂ ਨੂੰ ਖਤਮ ਕਰਨ ਵਾਸਤੇ ਫਿਰ ਜ਼ਕਰੀਆ ਖਾਨ ਨੇ ਪੂਰਾ ਪ੍ਰਬੰਧ ਅੰਮ੍ਰਿਤਸਰ ਦੀ ਧਰਤੀ ਤੇ ਲਾ ਦਿੱਤਾ ਕਿ ਕਿਸੇ ਵੀ ਹਾਲਤ ਵਿੱਚ ਸਿੱਖ ਅੰਮ੍ਰਿਤਸਰ ਇਸ਼ਨਾਨ ਨਾ ਕਰ ਸਕਣ। ਆਨ ਫੌਜ ਤੁਰਕਨ ਬਹੁ ਰਹਿ, ਆਨ ਫੌਜ ਤੁਰਕਨ ਬਹੁ ਰਹਿ, ਬਹੁਤ ਭਾਰੀ ਫੌਜ ਤੁਰਕਾਂ ਦੀ ਅੰਮ੍ਰਿਤਸਰ ਦੇ ਸਰੋਵਰ ਦੇ ਕੰਢਿਆਂ ਤੇ ਲਾ ਦਿੱਤੀ ਗਈ, ਪਰਿਕਰਮਾ ਦੇ ਵਿੱਚ ਲਾ ਦਿੱਤੀ ਗਈ, ਤਾਂ ਜੋ ਸਿੱਖ ਅੰਮ੍ਰਿਤਸਰ ਸਰੋਵਰ ਵਿੱਚ ਇਸ਼ਨਾਨ ਨਾ ਕਰ ਸਕਣ। ਮੇਲੋ ਕਰਨ ਖਾਲਸੋ ਚਹਿ, ਮੇਲੋ ਕਰਨ ਖਾਲਸੋ ਚਹਿ, ਕਿਉਂਕਿ ਖਾਲਸਾ ਹਰ ਸਾਲ ਜਿੱਦਾਂ ਦਾ ਮਰਜ਼ੀ ਸਮਾਂ ਹੁੰਦਾ ਸੀ, 2 ਦਿਨ 2 ਵਾਰੀ ਖਾਲਸਾ ਅੰਮ੍ਰਿਤਸਰ ਵਿੱਚ ਧਰਤੀ ਤੇ ਆ ਕੇ 2 ਤਿਉਹਾਰ ਮਨਾਉਂਦਾ ਸੀ। ਇੱਕ ਵਿਸਾਖੀ ਦਾ ਤੇ ਇੱਕ ਦੀਵਾਲੀ ਦੇ ਮੌਕੇ ਤੇ ਖਾਲਸਾ ਇਕੱਤਰ ਹੁੰਦਾ ਹੀ ਹੁੰਦਾ ਸੀ। ਕਿਉਂਕਿ ਇਹਨਾਂ ਤਿਉਹਾਰਾਂ ਦੇ ਵਿੱਚ ਖਾਲਸਾ ਜਦੋਂ ਇਕੱਤਰ ਹੁੰਦਾ ਸੀ
ਤੇ ਖਾਲਸਾ ਗੁਰਮਤਿ ਪਕਾਉਂਦਾ ਸੀ ਕਿ ਪੰਥ ਦੀ ਚੜ੍ਹਦੀ ਕਲਾ ਵਾਸਤੇ ਕਿਹੜਾ ਉਪਰਾਲਾ ਕੀਤਾ ਜਾਵੇ, ਕਿਹੜੀਆਂ ਅੜਚਣਾਂ ਆ ਰਹੀਆਂ ਖਾਲਸੇ ਪੰਥ ਦੀ ਚੜ੍ਹਦੀ ਕਲਾ ਵਿੱਚ, ਰੁਕਾਵਟਾਂ ਕਿਹੜੀਆਂ ਪੈ ਰਹੀਆਂ ਹਨ, ਉਹਨਾਂ ਨੂੰ ਕਿਵੇਂ ਪਾਸੇ ਕੀਤਾ ਜਾ ਸਕਦਾ ਹੈ। ਇਹ ਸਾਰੀਆਂ ਵਿਚਾਰਾਂ ਇਹਨਾਂ ਤਿਉਹਾਰਾਂ ਤੇ ਕੀਤੀਆਂ ਜਾਂਦੀਆਂ ਸਨ, ਜਿੱਥੇ ਦੂਰ ਦਰਾਡੇ ਤੋਂ ਸੰਗਤ ਆ ਕੇ ਗੁਰੂ ਰਾਮਦਾਸ ਪਾਤਸ਼ਾਹ ਘਰ ਦੀਆਂ ਖੁਸ਼ੀਆਂ ਲੈਂਦੇ ਸੀ। ਉੱਥੇ ਸਾਡੇ ਆਗੂ ਵੱਡੇ ਵਡੇਰੇ ਜਿਹੜੇ ਪੰਥ ਦੀ ਵਾਂਗ ਨੂੰ ਸਾਂਭ ਕੇ ਬੈਠੇ ਸਨ ਤੇ ਪੰਥ ਨੂੰ ਚੜ੍ਹਦੀ ਕਲਾ ਵਿੱਚ ਖੜਨ ਵਾਸਤੇ ਤਿਆਰ ਬਰ ਤਿਆਰ ਰਹਿੰਦੇ ਸਨ, ਉਹ ਇਹਨਾਂ ਮੁੱਦਿਆਂ ਉੱਤੇ ਵਿਚਾਰਾ ਕਰਨ ਵਾਸਤੇ ਸ੍ਰੀ ਅਕਾਲ ਤਖਤ ਸਾਹਿਬ ਤੇ ਰੋਜ਼ ਦੀਵਾਨ ਸਜਾਉਂਦੇ ਸਨ, ਕਿਉਂਕਿ ਲਗਭਗ 10 ਦਿਨ ਦਾ ਇਹ ਤਿਉਹਾਰ ਮਨਾਇਆ ਜਾਂਦਾ ਸੀ। ਉਹਨਾਂ ਦਿਨਾਂ ਦੇ ਵਿੱਚ ਆਪਾਂ ਪਿੱਛੇ ਵਿਚਾਰ ਕੇ ਆਏ ਹਾਂ, ਤਾਂ ਜੋ 10 ਦਿਨ ਵਿੱਚ ਚੰਗੀ ਤਰ੍ਹਾਂ ਪੰਥ ਦੇ ਲਈ ਜਿਹੜੀ ਵਿਚਾਰ ਕੀਤੀ ਜਾ ਸਕੇ, ਗੁਰਮਤਿ ਕੀਤੇ ਜਾ ਸਕਣ। ਪਰ ਜਦੋਂ ਸਰਕਾਰ ਨੇ ਬਹੁਤ ਜ਼ਿਆਦਾ ਸਖਤਾਈ ਕਰ ਦਿੱਤੀ ਇਸ ਵਾਰ, ਤੇ ਮੇਲੋ ਕਰਨ ਖਾਲਸਾ ਚਾਹੇ, ਖਾਲਸਾ ਮੇਲਾ ਮਨਾਉਣਾ ਚਾਹੁੰਦਾ ਹੈ ਵਿਸਾਖੀ ਦਾ, ਦੀਵਾਲੀ ਦਾ, ਪਰ ਸਖਤਾਈ ਇੰਨੀ ਜ਼ਿਆਦੀ ਹੈ, ਪ੍ਰਬੰਧ ਇੰਨਾ ਜ਼ਿਆਦਾ ਸਰਕਾਰ ਦੇ ਵੱਲੋਂ, ਤੇ ਸਿੱਖ ਵੀ ਜਿਹੜਾ ਜਥਿਆਂ ਦੇ ਵਿੱਚ ਦੂਰ ਦਰਾਡਿਆਂ ਇਲਾਕਿਆਂ ਦੇ ਵਿੱਚ ਵਿਚਰ ਰਹੇ ਹਨ, ਜਿਹਦੇ ਕਰਕੇ ਖਾਲਸਾ ਤੇ ਚਾਹੁੰਦਾ ਹੈ ਆਈਏ ਆ ਕੇ ਤਿਉਹਾਰ ਮਨਾਈਏ, ਪਰ ਸਖਤਾਈ ਹੋਣ ਕਰਕੇ ਖਾਲਸਾ ਅੰਮ੍ਰਿਤਸਰ ਨਹੀਂ ਆ ਪਾ ਰਿਹਾ। ਦੋਹਰਾ ਮਨੀ ਸਿੰਘ ਜਬ ਤੇ ਫੜਿਓ, ਫਿਰ ਸਿੰਘ ਟੁਕਣ ਨਾ ਪਾਏ। ਮਨੀ ਸਿੰਘ ਜਬ ਤੇ ਫੜਿਓ, ਫਿਰ ਸਿੰਘ ਟੁਕਣ ਨਾ ਪਾਏ, ਕਿਉਂਕਿ ਜਿਸ ਵਕਤ ਭਾਈ ਮਨੀ ਸਿੰਘ ਜੀ 1721 ਈਸਵੀ ਦੇ ਵਿੱਚ ਦਿੱਲੀ ਦੀ ਧਰਤੀ ਤੋਂ ਅੰਮ੍ਰਿਤਸਰ ਆ ਕੇ ਸਾਰਾ ਪ੍ਰਬੰਧ ਆਪਣੇ ਹੱਥਾਂ ਵਿੱਚ ਲੈਂਦੇ ਹਨ, ਫਿਰ ਆ ਕੇ ਖਾਲਸੇ ਨੇ ਜਿਹੜੇ ਜੋੜ ਮੇਲੇ ਮਨਾਉਣੇ ਸ਼ੁਰੂ ਕੀਤੇ, ਕਿਉਂਕਿ ਭਾਈ ਮਨੀ ਸਿੰਘ ਜੀ ਉੱਥੋਂ ਦਾ ਪ੍ਰਬੰਧ ਸੰਭਾਲਦੇ ਸਨ ਤੇ ਖਾਲਸਾ ਆ ਜਾਂਦਾ ਸੀ। ਪਰ ਜਿਸ ਵਕਤ ਭਾਈ ਮਨੀ ਸਿੰਘ ਜੀ ਨੂੰ ਗ੍ਰਿਫਤਾਰ ਕਰਕੇ ਬੰਦ ਕਰਕੇ ਸ਼ਹੀਦ ਕਰ ਦਿੱਤਾ ਗਿਆ ਤੇ ਸਿੱਖਾਂ ਉੱਤੇ ਸਖਤਾਈ ਆਦਿ ਕਰ ਦਿੱਤੀ ਗਈ, ਉਸ ਤੋਂ ਬਾਅਦ ਜਿਹੜਾ ਸਿੱਖਾਂ ਦਾ ਪੰਜਾਬ ਦੇ ਵਿੱਚ ਜਾਂ ਅੰਮ੍ਰਿਤਸਰ ਦੀ ਧਰਤੀ ਤੇ ਆਉਣਾ ਔਖਾ ਹੋ ਗਿਆ। ਮਨੀ ਸਿੰਘ ਜਬ ਤੇ ਫੜਿਓ, ਭਾਈ ਮਨੀ ਸਿੰਘ ਨੂੰ ਗ੍ਰਿਫਤਾਰ ਕਰਕੇ ਲਾਹੌਰ ਦੀ ਧਰਤੀ ਤੇ ਬੰਦ ਕਰਕੇ ਸ਼ਹੀਦ ਕਰ ਦਿੱਤਾ ਗਿਆ। ਸਿੱਖ ਸਿੰਘ ਟੁਕਣ ਨਾ ਪਾਏ, ਉਸ ਤੋਂ ਬਾਅਦ ਜਿਆਦਾ ਸਖਤਾਈ ਹੋ ਗਈ ਤੇ ਸਿੱਖਾਂ ਦਾ ਅੰਮ੍ਰਿਤਸਰ ਆਉਣਾ ਔਖਾ ਹੋ ਗਿਆ। ਰਾਤਰੀ ਸਿੰਘ ਮੱਜਣ ਕਰਹਿ ਹਨੇਰ ਸਵੇਰੇ ਜਾਏ। ਰਾਤੀ ਸਿੰਘ ਮੱਜਣ ਕਰੈ ਹਨੇਰ ਸਵੇਰੇ ਜਾਏ। ਭਾਈ ਰਤਨ ਸਿੰਘ ਜੀ ਕਹਿੰਦੇ ਭਾਵੇਂ ਸਰਕਾਰ ਦੇ ਵੱਲੋਂ ਪੂਰੀ ਸਖਤਾਈ ਅੰਮ੍ਰਿਤਸਰ ਦੀ ਧਰਤੀ ਤੇ ਕੀਤੀ ਗਈ ਹੈ ਕਿ ਕੋਈ ਵੀ ਸਿੱਖ ਜਿਹੜਾ ਵਾ ਉਹ ਅੰਮ੍ਰਿਤ ਸਰੋਵਰ ਵਿੱਚ ਇਸ਼ਨਾਨ ਨਾ ਕਰ ਸਕੇ, ਪਰ ਜਿਹੜੇ ਜੁਝਾਰੂ ਸਿੱਖ ਹਨ, ਸੂਰਮੇ ਸਿੱਖ ਹਨ, ਜਿਹੜੇ ਮਾਝੇ ਇਲਾਕੇ ਦੇ ਵਿੱਚ ਇੱਕਾ ਦੁੱਕਾ ਘੁੰਮਦੇ ਫਿਰਦੇ ਸਨ, ਜਿਵੇਂ ਭਾਈ ਬੋਤਾ ਸਿੰਘ ਤੇ ਗਰਜਾ ਸਿੰਘ, ਉਹ ਵੀ ਰਾਤ ਬਰਾਤੇ ਇਸ਼ਨਾਨ ਕਰਕੇ ਹੀ ਜਾਂਦੇ ਸਨ, ਭਾਵੇਂ ਜਿੱਡਾ ਮਰਜ਼ੀ ਸਖਤ ਪਹਿਰਾ ਸੀ। ਇਦਾਂ ਦੇ ਜਿਹੜੇ ਸਿੱਖ ਵਿਚਰ ਰਹੇ ਸਨ। ਰਾਤੀ ਸਿੰਘ ਮੱਜਣ ਕਰੇ, ਮੱਜਣ ਤੋਂ ਭਾਵ ਇਸ਼ਨਾਨ, ਰਾਤ ਬਰਾਤੇ ਆ ਕੇ ਸਿੱਖ ਇਸ਼ਨਾਨ ਕਰਕੇ ਹੀ ਜਾਂਦੇ ਸਨ। ਹਨੇਰ ਸਵੇਰ ਜਾਏ, ਭਾਵੇਂ ਹਨੇਰਾ ਹੋਵੇ ਤੇ ਭਾਵੇਂ ਸਵੇਰ ਚੜ ਰਹੀ ਹੈ, ਸਿੱਖ ਗੁਰੂ ਰਾਮਦਾਸ ਪਾਤਸ਼ਾਹ ਦੇ ਘਰ ਦੇ ਆ ਕੇ ਦਰਸ਼ਨ ਵੀ ਕਰਦੇ ਅਤੇ ਅੰਮ੍ਰਿਤ ਸਰੋਵਰ ਵਿੱਚ ਆ ਕੇ ਇਸ਼ਨਾਨ ਵੀ ਕਰਕੇ ਜਾਂਦੇ। ਤੋ ਕਾਜੀ ਨੇ ਫਿਰ ਗਇਓ ਜੈ ਅੰਮ੍ਰਿਤਸਰ ਪ੍ਰਤਾਪ। ਤੋ ਕਾਜੀ ਨੇ ਫਿਰ ਕਹਿਓ ਜੈ ਅੰਮ੍ਰਿਤਸਰ ਪ੍ਰਤਾਪ। ਜਿਸ ਵਕਤ ਜ਼ਕਰੀਆ ਖਾਨ ਪੁੱਛ ਰਿਹਾ ਸੀ ਤੇ ਕਾਜੀ ਨੇ ਉੱਥੇ ਕਿਹਾ ਸੀ, ਨਵਾਬ ਸਾਹਿਬ, ਇਹ ਸਿਰਫ ਅੰਮ੍ਰਿਤਸਰ ਸਰੋਵਰ ਦਾ ਹੀ ਪ੍ਰਤਾਪ ਹੈ, ਉਥੋਂ ਦਾ ਹੀ ਕੋਈ ਕੌਤਕ ਹੈ ਜਿਹੜਾ ਇਹਨਾਂ ਸਿੱਖਾਂ ਨੂੰ ਮਰਨ ਨਹੀਂ ਦਿੰਦਾ, ਖਤਮ ਨਹੀਂ ਹੋਣ ਦਿੰਦਾ। ਕਿਉਂਕਿ ਆਪਾਂ ਸਾਰੇ ਜਾਣਦੇ ਹਾਂ ਉਸ ਅੰਮ੍ਰਿਤ ਸਰੋਵਰ ਦੇ ਵਿੱਚ ਇਸ਼ਨਾਨ ਕਰਨ ਦੇ ਨਾਲ ਸਰੀਰ ਦੇ ਰੋਗ ਦੂਰ ਹੋ ਜਾਂਦੇ ਹਨ। ਕੱਲ ਵੀ ਹੁੰਦੇ ਸਨ, ਅੱਜ ਵੀ ਹੁੰਦੇ ਹਨ, ਤੇ ਜਿੰਨਾ ਚਿਰ ਤੱਕ ਦੁਨੀਆ ਰਹੇਗੀ ਉਹਨਾਂ ਚਿਰ ਤੱਕ ਉਥੋਂ ਅੰਮ੍ਰਿਤਸਰ ਸਰੋਵਰ ਦੇ ਵਿੱਚ ਇਸ਼ਨਾਨ ਕਰਨ ਦੇ ਨਾਲ ਰੋਗ ਦੂਰ ਹੋਣਗੇ ਹੀ ਹੋਣਗੇ। ਸਰੀਰ ਦੇ ਰੋਗ ਇਸ਼ਨਾਨ ਕਰਨ ਨਾਲ ਦੂਰ ਹੋਣਗੇ ਤੇ ਮਨ ਦੇ ਰੋਗ ਉੱਥੇ ਬਾਣੀ ਸਰਵਣ ਕਰਨ ਦੇ ਨਾਲ ਦੂਰ ਹੋਣਗੇ। ਇਹ ਅੰਮ੍ਰਿਤਸਰ ਸਰੋਵਰ ਦੇ ਗੁਰੂ ਰਾਮਦਾਸ ਘਰ ਦੀ ਵਡਿਆਈ ਹੈ। ਕਾਜੀ ਕਹਿਣ ਲੱਗਾ, ਜਵਾਬ ਸਾਹਿਬ, ਇਹ ਅੰਮ੍ਰਿਤਸਰ ਸਰੋਵਰ ਦਾ ਕੋਈ ਪ੍ਰਤਾਪ ਹੈ ਜਿਹਦੇ ਕਰਕੇ ਸਿੱਖਾਂ ਨੂੰ ਸਿੱਖ ਖਤਮ ਨਹੀਂ ਹੋ ਰਹੇ, ਉਹ ਇਸ਼ਨਾਨ ਕਰਦੇ ਹਨ ਪਰ ਉਹਨਾਂ ਵਿੱਚ ਫਿਰ ਤਾਕਤ ਆ ਜਾਂਦੀ ਹੈ। ਮਾਰ ਬਹੁ ਜਤਨ ਸੋ
ਹੋਤ ਨ ਸਿੰਘਨ ਖਾਪ। ਥੱਕੇ ਮਾਰ ਬਹੁ ਜਤਨ ਸੋ ਹੋਤ ਨ ਸਿੰਘਣ ਖਾਪ। ਜਕਰੀਆ ਖਾਂ ਕਹਿ ਲੱਗਾ ਕਿ ਅਸੀਂ ਇਹਨਾਂ ਨੂੰ ਮਾਰਦੇ ਥੱਕ ਗਏ ਹਾਂ, ਪਰ ਇਹਨਾਂ ਨੂੰ ਜਿਹੜਾ ਖਤਮ ਨਹੀਂ ਕਰ ਪਾਏ। ਸਾਡੀ ਫੌਜ ਦਾ ਪਤਾ ਨਹੀਂ ਕਿੰਨਾ ਨੁਕਸਾਨ ਹੋ ਗਿਆ ਹੈ, ਸਾਡਾ ਆਰਥਿਕ ਪੱਖ ਪਤਾ ਨਹੀਂ ਕਿੰਨਾ ਜਿਹੜਾ ਨੁਕਸਾਨ ਹੋਇਆ ਹੈ। ਜਾਨੀ ਵਾਲੀ ਦੋਵੇਂ ਨੁਕਸਾਨ ਸਾਡੇ ਹੋਏ ਹਨ, ਪਰ ਇਹ ਸਿੱਖ ਜਿਹੜੇ ਖਤਮ ਨਹੀਂ ਹੋਏ, ਇਹ ਗਿਣਤੀ ਦੇ ਵਿੱਚ ਵਧਦੇ ਹੀ ਜਾਂਦੇ ਹਨ। ਇਹਨਾਂ ਦੇ ਵਿੱਚ ਵਾਧਾ ਹੀ ਹੋ ਰਿਹਾ ਹੈ। ਤੇ ਨਵਾਬ ਨੇ ਦੱਸਿਆ ਉਹਦਾ ਕਾਰਨ ਕੇਵਲ ਅੰਮ੍ਰਿਤਸਰ ਸਰੋਵਰ ਦਾ ਵਿੱਚ ਇਸ਼ਨਾਨ ਕਰਨਾ ਹੈ। ਫਿਰ ਜ਼ਕਰੀਆ ਖਾਂ ਹੋਰ ਪ੍ਰਬੰਧ ਕਰਦਾ, ਸਖਤਾਈ ਕਰਦਾ ਹੈ, ਕਿਸੇ ਵੀ ਹਾਲਤ ਵਿੱਚ ਸਿੱਖ ਅੰਮ੍ਰਿਤਸਰ ਸਰੋਵਰ ਵਿੱਚ ਇਸ਼ਨਾਨ ਨਾ ਕਰਨ। ਅਤੇ ਸਿੱਖਾਂ ਨੂੰ ਮਿਟਾਉਣ ਵਾਸਤੇ ਜ਼ਕਰੀਆ ਖਾਂ ਅਤੇ ਉਹਦੀ ਫੌਜ ਨਿਤ ਨਵੇਂ ਉਪਰਾਲੇ ਕਰਦੀ ਰਹਿੰਦੀ ਹੈ। ਸਿੱਖਾਂ ਨੂੰ ਕਿਸੇ ਨਾ ਕਿਸੇ ਤਰੀਕੇ ਖਤਮ ਕੀਤਾ ਜਾ ਸਕੇ, ਇਹਨਾਂ ਨੂੰ ਮਾਰਿਆ ਜਾ ਸਕੇ। ਅਗਲੇਰੇ ਪ੍ਰਸੰਗ ਨੂੰ ਭਾਈ ਰਤਨ ਸਿੰਘ ਜੀ ਭੰਗੂ ਕਿਵੇਂ ਕਲਮਬੰਦ ਕਰਦੇ ਹਨ, ਉਹ ਵਿਚਾਰ ਆਪਾਂ ਕੱਲ ਦੇ ਦੀਵਾਨਾਂ 'ਚ ਕਰਾਂਗੇ। ਵਿਚਾਰਾਂ ਕਰਦਿਆਂ ਬੇਅੰਤ ਗਲਤੀਆਂ ਹੁੰਦੀਆਂ ਹਨ। ਗੁਰੂ ਅਤੇ ਸੰਗਤ ਬਖਸ਼ਣਹਾਰ ਹੈ, ਬਖਸ਼ ਲੈਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।